तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਜਾਮ ਗੁਰੂ ਹੋਏ ਵੱਲ ਧਨਹਿ ਕਿਆ ਗਾਰਵ ਦੀਜੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ। ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚ ਹੈ ਘਰ। ਜੋ ਗੁਰੂ ਗੁਰੂ ਅਹਨਿਸ ਜਾਪੈ ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਮਹਿ ਤਰੈ ਸੋ ਜਨਮ ਮਰਨ ਦੋਹਾਂ ਥੇ ਰਹੈ। ਜੋ ਗੁਰੂ ਨਾਮ ਰਿਦ ਮਹਿ ਤਰੈ ਸੋ ਜਨਮ ਮਰਨ ਦੋਹ ਤੇ ਰਹੈ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਦ ਆਵੈ ਤਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਦੇਸ਼ ਵਿਦੇਸ਼ ਦੇ ਅੰਦਰ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਆਪ ਸੰਗਤ ਰੋਜ਼ਾਨਾ ਹੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੋ ਕਰਕੇ ਲੜੀਵਾਰ ਜੀਵਨ ਇਤਿਹਾਸ ਆਪ ਜੀ ਸਰਵਨ ਕਰ ਰਹੇ ਹੋ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਆਪਾਂ ਲੰਮੇਰੇ ਸਮੇਂ ਤੋਂ ਇਤਿਹਾਸ ਨੂੰ ਸਰਵਨ ਕਰ ਰਹੇ ਹਾਂ ਕਿ ਸਤਿਗੁਰੂ ਮਹਾਰਾਜ ਦੇ ਜੀਵਨ ਦੇ ਵਿੱਚ ਸਤਿਗੁਰੂ ਜੀ ਨੇ ਲੰਮਾ ਸਮਾਂ ਗੁਰਮਤਿ ਦਾ ਪ੍ਰਚਾਰ ਕੀਤਾ, ਦੇਸ਼ ਵਿਦੇਸ਼ ਦਾ ਰਟਨ ਕਰਨਾ ਕੀਤਾ। ਬਹੁਤ ਸਾਰਾ ਸਮਾਂ ਜਿਹੜਾ ਹੈ ਮਹਾਰਾਜ ਜੀ ਨੇ ਪ੍ਰਚਾਰ ਦੇ ਵਿੱਚ ਬਤੀਤ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਗੁਰਮਤਿ ਦਾ ਪ੍ਰਚਾਰ ਸਿਖਰਾਂ 'ਤੇ ਹੈ ਅਤੇ ਦੂਸਰੇ ਪਾਸੇ ਔਰੰਗਜ਼ੇਬ ਜਿਹੜਾ ਹੈ ਉਹਦਾ ਵੀ ਜ਼ੁਲਮ ਜਿਹੜਾ ਉਹ ਸਿਖਰ 'ਤੇ ਪਹੁੰਚ ਚੁੱਕਿਆ। ਔਰੰਗਜ਼ੇਬ ਨੇ ਆਗਰੇ ਦਾ ਨਾਮ ਅਕਬਰਾਬਾਦ ਕਰ ਦਿੱਤਾ, ਮਥੁਰਾ ਨੂੰ ਇਸਲਾਮਾਬਾਦ ਕਰ ਦਿੱਤਾ। ਇਹਨੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਅਦਬ ਸਲਾਮ ਕੀਤਾ ਜਾਂਦਾ, ਅਦਾਬ ਕੀਤਾ ਜਾਂਦਾ ਸੀ, ਸਲਾਮ ਕੀਤੀ ਜਾਣੀ ਅਤੇ ਸਿਰ ਦੇ ਉੱਤੇ ਹੱਥ ਰੱਖ ਕੇ ਕਰੀ ਜਾਣੀ। ਪਰ ਇਹਨੇ ਕਹਿ ਦਿੱਤਾ ਕਿ ਇਸ ਸਲਾਮ ਦੇ ਵਿੱਚੋਂ ਵੀ ਜਿਹੜਾ ਹੈ ਉਹ ਇਹ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹਦੇ ਵਿੱਚੋਂ ਹਿੰਦੂਵਾਦ ਦੀ ਜਿਹੜੀ ਹੈ ਉਹ ਰੀਤਾਂ ਸਾਹਮਣੇ ਆਉਂਦੀਆਂ ਹੋਵਨ। ਇਹਨੇ ਬਹੁਤ ਸਾਰਾ ਜ਼ੁਲਮ ਕੀਤਾ। 10 ਸਾਲਾਂ ਵਿੱਚ ਪਿਛਲੇ ਬਣੇ ਮੰਦਰ ਢਾਹ ਦਿੱਤੇ। ਇਹਨੇ ਉਜ਼ੈਨ ਵਿੱਚ ਵਜ਼ੀਰ ਖਾਨ ਜਿਹੜਾ ਜਰਨੈਲ ਸੀ ਉਹਨੂੰ 400 ਸਿਪਾਹੀ ਦੇ ਕਰਕੇ ਵੱਡਾ ਮੰਦਰ ਢਾਹ ਦਿੱਤਾ।
ਪੁਜਾਰੀ ਕਤਲ ਕਰ ਦਿੱਤਾ। ਅਜਮੇਰ, ਬੰਗਾਲ ਤੇ ਮੰਦਰ ਢਾਹੇ। ਕਾਫੀ ਖਾਂ ਇੱਥੋਂ ਤੱਕ ਕਹਿੰਦਾ ਹੈ ਕਿ ਮਸੰਦਾਂ ਨੂੰ ਵੀ ਨਗਰੋਂ ਬਾਹਰ ਕੱਢ ਦਿੱਤਾ ਗਿਆ। ਜਿਹੜੇ ਮਸੰਦ ਗੁਰੂ ਘਰ ਵਾਸਤੇ ਕਾਰ ਭੇਟਾ ਇਕੱਠੀ ਕਰਿਆ ਕਰਦੇ ਸਨ, ਉਹਨਾਂ ਨੂੰ ਵੀ ਬਾਹਰ ਕੱਢ ਦਿੱਤਾ। ਪਿੰਡਾਂ ਸ਼ਹਿਰਾਂ 'ਚ ਜਾਣ ਤੋਂ ਮਨਾਹੀ ਕਰ ਦਿੱਤੀ। ਸਜ਼ਾਵਾਂ ਦਿੱਤੀਆਂ ਗਈਆਂ। ਰਾਗਾਂ ਦੀ ਮਨਾਹੀ ਕਰ ਦਿੱਤੀ। ਜਿਹੜੀ ਗਸ਼ਤੀ ਫੌਜ ਸੀ, ਗਸ਼ਤ ਕਰਨ ਵਾਲੀ ਫੌਜ ਨੂੰ ਹੁਕਮ ਕਰ ਦਿੱਤੇ, ਜਿਨ੍ਹਾਂ ਘਰਾਂ 'ਚ ਸਾਜ਼ ਨੇ ਉਹ ਸਾਜ਼ ਚੁੱਕ ਕੇ ਲੈ ਆਓ। ਇਹਨੂੰ ਬੁੱਤ ਪ੍ਰਸਤੀ ਤੋਂ ਇੰਨੀ ਕੁ ਨਫ਼ਰਤ ਹੋ ਗਈ ਕਿ ਜਿਹੜੇ ਲੋਕ ਮਿੱਟੀ ਦੇ ਖਿਡੌਣੇ ਬਣਾਉਂਦੇ ਸੀ, ਉਹਨਾਂ ਦੀ ਵੀ ਮਨਾਹੀ ਕਰ ਦਿੱਤੀ ਕਿ ਇਹਦੇ ਵਿੱਚੋਂ ਵੀ ਬੁੱਤ ਪ੍ਰਸਤੀ 'ਚ ਜਿਹੜੀ ਹੈ ਉਹ ਬਾਹਰ ਨਿਕਲਦੀ ਪਈ ਹੈ। ਬੁੱਤ ਪ੍ਰਸਤਾਂ ਤੇ ਗੈਰ ਮੁਸਲਮਾਨਾਂ ਨੂੰ ਹਟਾ ਦੇਣਾ ਹੀ ਇਹਦੇ ਜੀਵਨ ਦਾ ਮੁੱਖ ਮੰਤਵ ਸੀ। ਇਹਨੇ ਮੇਲਿਆਂ ਤੇ ਵੀ ਪਾਬੰਦੀਆਂ ਲਾ ਦਿੱਤੀਆਂ ਤੇ ਸੰਨ 1674 ਵਿੱਚ ਪਇਓ ਮੁਹੰਮਦ ਪੱਛਮ ਦੇਸ਼ ਤਿਤ ਤੁਰਕਾਨੇ ਓਜ ਨਿਵੇਸ਼। ਇਹਨੇ ਜਿਹੜਾ ਸੀ ਕੋਸ਼ਿਸ਼ ਕੀਤੀ ਕਿ ਮੈਂ ਕਸ਼ਮੀਰ ਨੂੰ ਵੀ ਜਿਹੜਾ ਹੈ ਉਹ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਉਣਾ ਹੈ। ਇਸ ਦੀ ਵਿਚਾਰ ਆਪ ਜੀ ਨੇ ਪਿਛਲੇ ਦੀਵਾਨ ਵਿੱਚ ਸਰਵਨ ਵੀ ਕੀਤੀ। ਅਗਲੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਹਾਜ਼ਰੀ ਲਵਾਈਏ। ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਮੁਹੰਮਦ ਲਤੀਫ ਲਿਖਦੇ ਨੇ ਕਿ 4 ਵੱਡੇ ਕਾਰਨ ਸਨ ਕਿ ਕਸ਼ਮੀਰ ਨੂੰ ਜਿਹੜਾ ਹੈ ਉਹ ਚੁਣਿਆ ਗਿਆ। ਪਹਿਲਾ ਕਾਰਨ ਇਹ ਸੀ ਕਿ ਕਸ਼ਮੀਰ ਜਿਹੜਾ ਹੈ ਇਹਦੇ ਵਿੱਚ ਵਿਦਵਾਨ ਪੰਡਤ ਸਨ, ਜਿਨ੍ਹਾਂ ਤੋਂ ਸਿੱਖਿਆ ਦਾ ਪ੍ਰਬੰਧ ਹੁੰਦਾ ਸੀ, ਸਿੱਖਿਆ ਦੇਣੀ, ਔਰ ਬਹੁਤ ਸਾਰੇ ਹਿੰਦੂ ਲੋਕ ਜਿਹੜੇ ਸਨ ਉੱਥੋਂ ਕਸ਼ਮੀਰ ਤੋਂ ਪੜ੍ਹ ਕੇ ਆਉਣਾ। ਦੂਸਰਾ ਵੱਡਾ ਕਾਰਨ ਜਿਹੜਾ ਸੀ, ਕਸ਼ਮੀਰ ਦੇ ਨੇੜੇ ਪਿਸ਼ਾਵਰ ਤੇ ਕਾਬਲ ਦਾ ਇਲਾਕਾ ਲੱਗਦਾ ਸੀ ਤੇ ਔਰੰਗਜ਼ੇਬ ਇਸ ਗੱਲ ਤੋਂ ਜਾਣੂ ਸੀ ਜੇਕਰ ਇੱਥੋਂ ਦੇ ਪੰਡਤ ਜਿਹੜੇ ਨੇ, ਵਿਦਵਾਨ ਜਿਹੜੇ ਨੇ, ਉਹ ਬਗਾਵਤ ਕਰਨਗੇ, ਕਿਉਂਕਿ ਬਗਾਵਤਾਂ ਹੋਈਆਂ ਵੀ, ਸਤਨਾਮੀਆਂ ਨੇ ਵੀ ਬਗਾਵਤ ਕੀਤੀ ਪਰ ਕੁਚਲ ਦਿੱਤੇ ਗਏ। ਇਹ ਕਸ਼ਮੀਰ ਦੇ ਇਲਾਕੇ ਦੀ ਬਗਾਵਤ ਨੂੰ ਦਬਾਉਣ ਵਾਸਤੇ ਫਿਰ ਮੈਂ ਧਰਮ ਦਾ ਨਾਰਾ ਮਾਰਾਂਗਾ, ਹੈਦਰੀ ਨਿਸ਼ਾਨ ਦੇ ਥੱਲੇ ਇੱਥੇ ਪਿਸ਼ਾਵਰ ਤੇ ਕਾਬਲ ਤੋਂ ਜਿਹੜਾ ਹਮਲੇ ਕਰਾਵਾਂਗਾ, ਤਾਂ ਵੀ ਮੈਂ ਇਹਨਾਂ ਦੀ ਬਗਾਵਤ ਜਿਹੜਾ ਹੈ ਉਹ ਦਬਾ ਸਕਦਾ ਹੈ। ਤੀਸਰਾ ਵੱਡਾ ਕਾਰਨ ਸੀ ਕਸ਼ਮੀਰ ਨੂੰ ਚੁਣਨ ਦਾ, ਕਿਉਂਕਿ ਕਸ਼ਮੀਰ ਜਿਹੜਾ ਹੈ ਇਹਦੇ ਨਾਲ ਬਹੁਤ ਸਾਰੇ ਦੇਸ਼ਾਂ ਦੀ ਹੱਦਬੰਦੀ ਲੱਗਦੀ ਸੀ, ਜਿਹਦੇ ਕਰਕੇ ਇਹ ਜਾਣਦਾ ਸੀ ਕਿ ਇਸਲਾਮ ਦਾ ਪ੍ਰਭਾਵ ਜਿਹੜਾ ਹੈ, ਕਿਸੇ ਵੀ ਧਰਮ ਦਾ ਪ੍ਰਭਾਵ ਉਹਦੇ ਦੇਸ਼ ਦੀ ਸੀਮਾ ਤੋਂ ਆਰੰਭ ਹੋ ਜਾਂਦਾ ਹੈ। ਇਸ ਕਰਕੇ ਇਹਨੇ ਇਸ ਸੀਮਾ ਨੂੰ ਮੁਸਲਮਾਨ ਇਸਲਾਮ ਦਾ ਦਾਇਰੇ ਵਿੱਚ ਲਿਆਉਣਾ ਚਾਹਿਆ। ਤੇ ਚੌਥਾ ਵੱਡਾ ਕਾਰਨ ਸੀ ਕਿ ਇਹ ਜਿਹੜੇ ਕਸ਼ਮੀਰ ਦੇ ਪੰਡਤ ਨੇ, ਇਹਨਾਂ ਦਾ ਰੁਜ਼ਗਾਰ ਜਾਂ ਜੀਵਨ ਜਿਹੜਾ ਹੈ ਉਹ ਕੇਵਲ ਪੂਜਾ ਦੇ ਧਨ ਦੇ ਉੱਪਰ ਚੱਲਦਾ ਹੈ। ਪੂਜਾ ਦੇ ਕਰਕੇ ਹੀ ਇਹਨਾਂ ਦਾ ਜੀਵਨ ਦਾ ਸਿਰਾ ਧਨ ਇਤਿਆਦਿਕ ਜਿਹੜੀ ਲੋੜਾਂ ਦੀ ਪੂਰਤੀ ਹੈ ਪੂਜਾ ਦੇ ਧਨ ਤੋਂ ਚੱਲਦੀ ਹੈ। ਜੇਕਰ ਇਹ ਪਿਆਰ ਦੇ ਨਾਲ ਲਾਲਚ ਦੇ ਵਸ ਹੋ ਕਰਕੇ ਧਰਮ ਤਬਦੀਲ ਕਰ ਲੈਣਗੇ ਤੇ ਮੇਰੇ ਵਾਸਤੇ ਬਹੁਤ ਸੌਖਾ ਹੈ। ਇਸ ਕਰਕੇ ਇਸਨੇ ਕਿਛ ਲੋਭ ਦਿਖਾਏ, ਜ਼ੁਲਮ ਕਰਾਏ, ਤੁਰਕ ਬਣਾਏ ਬਹੁ ਹਿੰਦੂ। ਵਿਦਵਾਨ ਲਿਖਦੇ ਨੇ ਕਿ ਇਹਨੇ ਕਈਆਂ ਨੂੰ ਲੋਭ ਦਾ ਦਿਖਾਵਾ ਕੀਤਾ ਜਿਹੜਾ ਸੀ ਉਹ ਕਸ਼ਮੀਰ ਦੇ ਅੰਦਰ। ਇਹਨਾਂ ਨੇ ਲੋਭ ਦੀ, ਲਾਲਚ ਦੀ ਜਿਹੜੀ ਸੀ ਉਹ ਉਹਦੇ ਕਰਕੇ ਇਹਨਾਂ ਨੇ ਜਿਹੜਾ ਸੀ ਲੋਕਾਂ ਨੂੰ ਹਿੰਦੂਆਂ ਤੋਂ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਸ਼ੇਰ ਅਫਗਾਨ ਨੇ ਇਹ ਸਾਰਾ ਕੁਝ ਪ੍ਰਬੰਧ ਦੇਖਿਆ ਔਰ ਉਹਨੂੰ ਇਹ ਹੁਕਮ ਕਰ ਦਿੱਤਾ ਸੀ ਸ਼ੇਰ ਅਫਗਾਨ ਨੂੰ ਕਿ ਜੋ ਵੀ ਤੂੰ ਕਰਨਾ ਚਾਹੇ ਕਰ ਸਕਦਾ, ਤੇਰੇ ਤੋਂ ਪੁੱਛਿਆ ਨਹੀਂ ਜਾਏਗਾ ਕਿ ਤੂੰ ਜ਼ੁਲਮ ਕਿਉਂ ਕੀਤਾ ਜਾਂ ਤੂੰ ਧਨ ਕਿੱਥੇ ਖਰਚਿਆ। ਕਿਸੇ ਵੀ ਹੀਲੇ ਵਸੀਲੇ ਦੇ ਨਾਲ ਤੂੰ ਇੱਥੋਂ ਦੇ ਹਿੰਦੂਆਂ ਨੂੰ, ਕਸ਼ਮੀਰੀਆਂ ਨੂੰ ਜਿਹੜਾ ਹੈ ਉਹ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਉਣਾ। ਵਿਦਵਾਨ ਕਹਿੰਦੇ ਨੇ ਕਿ ਇਫਤਾਰ ਖਾਨ ਜਿਹੜਾ ਸੀ ਉਹਨੇ ਬਹੁਤ ਜ਼ੁਲਮ ਕੀਤਾ। ਸ਼ੇਰ ਅਫਗਾਨ ਦਾ ਉਹਨੂੰ ਖਿਤਾਬ ਸੀ। ਉਸ ਵੇਲੇ ਕਿਛ ਲੋਭ ਦਿਖਾਏ, ਜ਼ੁਲਮ ਕਰਾਏ। ਕੁਝ ਤਾਂ ਲੋਭ ਕਰਕੇ ਇਸਲਾਮ ਨੂੰ ਧਾਰਨ ਕੀਤਾ, ਕਈਆਂ ਨੇ ਫਿਰ ਜ਼ੁਲਮ ਕਰਕੇ ਇਸਲਾਮ ਨੂੰ ਧਾਰਨ ਕਰ ਲਿਆ, ਹਿੰਦੂ ਧਰਮ ਛੱਡ ਦਿੱਤਾ। ਕਿਛ ਲੋਭ ਦਿਖਾਏ, ਜ਼ੁਲਮ ਕਰਾਏ, ਤੁਰਕ ਬਣਾਏ ਬਹੁ ਹਿੰਦੂ। ਬਹੁਤ ਸਾਰੇ ਹਿੰਦੂ ਜਿਹੜੇ ਸਨ ਉਹਨਾਂ ਨੂੰ ਤੁਰਕ ਬਣਾ ਦਿੱਤਾ। ਬਹੁ ਤਗ ਲਹਾਵਤ, ਤਿਲਕ ਚਟਾਵਤ, ਅਤ ਸਤਾਵਤ ਤੁਰਕ ਹਿੰਦੂ। ਕਹਿੰਦੇ ਲੋਕਾਂ ਦੇ ਗਲਾਂ ਦੇ ਵਿੱਚੋਂ ਜਿਹੜੇ ਤਗ ਸਨ, ਜਨੇਊ ਸਨ, ਉਹ ਲਾ ਦਿੱਤੇ ਗਏ, ਤਿਲਕ ਉਹਨਾਂ ਦੇ ਮਟੇ ਦਿੱਤੇ ਗਏ। ਹੁਣ ਕੇਵਲ ਜਿਹੜੇ ਸਨ ਇੰਨਾ ਕੁ ਲੋਕਾਂ ਨੂੰ ਸਤਾ ਦਿੱਤਾ ਗਿਆ ਜਿਹਦੇ ਕਰਕੇ ਜਿਹੜਾ ਹਿੰਦੂ ਸੀ ਉਹ ਤੁਰਕ ਬਣ ਗਏ। ਇਸੇ ਹੀ ਜਿਹੜਾ ਸਮੇਂ ਦੇ ਦੌਰਾਨ
ਜਿਹੜੇ ਵਿਦਵਾਨ ਪੰਡਤ ਸਨ ਉਹਨਾਂ ਨੇ ਧਰਮ ਨੂੰ ਬਚਾਉਣ ਵਾਸਤੇ ਸ਼ੇਰ ਅਫਗਾਨ ਨਾਲ ਗੱਲ ਕਰਨੀ ਚਾਹੀ। ਉਹਨਾਂ ਨੇ ਸਮਾਂ ਮੰਗਿਆ ਕਿ ਸਾਡਾ ਧਰਮ ਚਲੋ ਸਾਨੂੰ ਵੀ ਪਿਆਰਾ ਹੈ, ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹਨੂੰ ਛੱਡੀਏ ਨਾ, ਪਰ ਜੇਕਰ ਸਾਨੂੰ ਥੋੜ੍ਹਾ ਸਮਾਂ ਦੇ ਦਿੱਤਾ ਜਾਏ, ਉਸ ਸਮੇਂ ਦੇ ਵਿੱਚ ਅਸੀਂ ਕੋਈ ਹੀਲਾ ਵਸੀਲਾ ਕਰ ਸਕਦੇ ਹਾਂ, ਜਾਂ ਅਸੀਂ ਆਪਣੇ ਮਨ ਦੇ ਨਾਲ ਪਰਿਵਾਰਾਂ ਦੇ ਨਾਲ ਵਿਚਾਰ ਕਰ ਸਕੀਏ, ਫਿਰ ਅਸੀਂ ਤੁਹਾਡੇ ਇਸਲਾਮ ਦੇ ਦਾਇਰੇ ਵਿੱਚ ਆ ਜਾਵਾਂਗੇ। ਫਿਰ ਇਹ ਜਿਹੜੇ ਮੁਖੀ ਪੰਡਤ ਸਨ, ਇਹਨਾਂ ਨੇ ਉਸ ਸਮੇਂ ਦੇ ਵਿੱਚ ਅਮਰਨਾਥ ਦੀ ਯਾਤਰਾ ਕੀਤੀ। ਉਸੇ ਅਨੰਤਨਾਗ ਦੀ ਗੁਫਾ ਦੇ ਵਿੱਚ ਇਹਨਾਂ ਨੇ ਮੀਟਿੰਗ ਕੀਤੀ, ਇਹਨਾਂ ਨੇ ਸਲਾਹ ਕਰਨਾ ਕੀਤੀ ਕਿ ਕਿਹੜਾ ਹੈ ਜਿਹੜਾ ਸਾਡੇ ਧਰਮ ਦੀ ਰਾਖੀ ਕਰ ਸਕਦਾ ਹੈ, ਕਿਉਂਕਿ ਆਪਣੇ ਧਰਮ ਵਾਸਤੇ ਕੁਰਬਾਨੀ ਦੇਣੀ ਤਾਂ ਚਲੋ ਬਹੁਤੇ ਧਰਮਾਂ ਦੇ ਵਿੱਚ ਹੋਇਆ ਕਿ ਆਪਣੇ ਧਰਮ ਨੂੰ ਬਚਾਉਣ ਵਾਸਤੇ ਤਾਂ ਲੋਕ ਕੁਰਬਾਨੀਆਂ ਦਿੰਦੇ ਨੇ, ਪਰ ਕਿਸੇ ਦੂਸਰੇ ਦਾ ਧਰਮ ਬਚਾਉਣ ਵਾਸਤੇ ਕੌਣ ਕੁਰਬਾਨੀ ਦੇਵੇਗਾ। ਇਹਨਾਂ ਉੱਥੇ ਸਲਾਹ ਕਰਦੇ ਨੇ, ਇਹਨਾਂ ਸਾਰੇ ਪਾਸੇ ਨਿਗਾਹ ਮਾਰ ਕੇ ਦੇਖੀ, ਇਹਨਾਂ ਨੇ ਸੋਚਿਆ ਕਿ ਸ਼ਾਇਦ ਜਿਹੜੇ ਪਹਾੜਾਂ ਦੇ ਉੱਤੇ ਸਿੱਧ ਬੈਠੇ ਹੋਏ ਨੇ ਉਹ ਸਾਡੀ ਮਦਦ ਕਰ ਸਕਦੇ ਆ। ਤੇ ਮਨ ਦੇ ਵਿੱਚ ਖਿਆਲ ਕੀਤਾ, ਨਹੀਂ ਜਿਹੜੇ ਪਹਿਲਾਂ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ, ਜਿਹੜੇ ਇਹ ਕਹਿੰਦੇ ਆ ਕਿ ਅਸੀਂ ਸੰਸਾਰ ਤੋਂ ਕੀ ਲੈਣਾ, ਉਹਨਾਂ ਸਿੱਧਾਂ ਨੇ ਸਾਡੀ, ਜੋਗੀਆਂ ਨੇ ਕੀ ਸਹਾਇਤਾ ਕਰਨਗੇ। ਰਾਜਪੂਤਾਨਿਆਂ ਵੱਲੇ ਦੇਖਿਆ ਗਿਆ ਤੇ ਰਾਜਪੂਤਾਨੇ ਵੀ ਫਿੱਕੇ ਪੈ ਗਏ, ਪਿਛਾਂ ਹਟੇ ਦਿਸੇ, ਕਿਉਂਕਿ ਇਹ ਰਾਜਪੂਤ ਹੀ ਸਨ ਜਿਨ੍ਹਾਂ ਨੇ ਆਪਣੀ ਜਿੰਦ ਜਾਨ ਬਚਾਉਣ ਵਾਸਤੇ ਆਪਣੀਆਂ ਧੀਆਂ ਦੇ ਡੋਲੇ ਦੇ ਦਿੱਤੇ, ਜਿਵੇਂ ਅਕਬਰ ਬਾਦਸ਼ਾਹ ਨੂੰ ਦਿੱਤਾ ਗਿਆ। ਇਸ ਤੋਂ ਬਾਅਦ ਵਿੱਚ ਇਹਨਾਂ ਦੇਖਿਆ ਕਿ ਕੋਈ ਵੀ ਜਿਹੜਾ ਰਾਜਪੂਤ, ਕੋਈ ਵੀ ਮਰੱਟਾ, ਕੋਈ ਵੀ ਇਵੇਂ ਦਾ ਨਹੀਂ ਜਿਹੜਾ ਸਾਡੀ ਜਿੰਦ ਜਾਨ ਜਾਂ ਸਾਡੇ ਧਰਮ ਨੂੰ ਬਚਾ ਸਕੇ। ਉੱਥੇ ਫਿਰ ਇੱਕ ਨੇ ਸਲਾਹ ਦਿੱਤੀ, ਕਹਿਣ ਲੱਗੇ ਦੇਖੋ ਇੱਕੋ ਹੀ ਇੱਕ ਆਸਰਾ ਜੇ, ਕਹਿੰਦੇ ਕਿਹੜਾ, ਕਹਿਣ ਲੱਗੇ ਕੇਵਲ ਗੁਰੂ ਨਾਨਕ ਦਾ ਘਰ। ਇਹ ਗੁਰੂ ਨਾਨਕ ਦਾ ਘਰ ਹੀ ਆ ਜਿਹੜਾ ਪਹਿਲੇ ਜਾਮੇ ਤੋਂ ਹੀ ਜਿਹੜਾ ਇਸਲਾਮ ਨੇ ਜੇਕਰ ਜ਼ੁਲਮ ਕੀਤਾ ਤੇ ਮਹਾਰਾਜ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਪਾਪ ਕੀ ਜੰਜ ਲੈ ਕਾਬਲ ਨੂੰ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ। ਉਹਨਾਂ ਨੇ ਉੱਥੇ ਨਿਰਣਾ ਬਣਾਇਆ, ਕਹਿਣ ਲੱਗੇ ਦੇਖੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਸ਼ਹਾਦਤ ਤਾਂ ਦਿੱਤੀ ਪਰ ਉਹਨਾਂ ਨੇ ਧਰਮ ਨਹੀਂ ਹਾਰਿਆ, ਉਹਨਾਂ ਨੇ ਜ਼ੁਲਮ ਅੱਗੇ ਗੋਡੇ ਨਹੀਂ ਟੇਕੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ, ਉਹ ਮੀਰੀ ਪੀਰੀ ਦੇ ਮਾਲਕ, 2 ਤਲਵਾਰਾਂ ਵੀ ਉਹਨਾਂ ਨੇ ਪਹਿਨੀਆਂ ਤੇ 4 ਜੰਗਾਂ ਉਹਨਾਂ ਨੇ ਲੜੀਆਂ ਹੈ। ਉਹਨਾਂ ਨੇ ਜਿਹੜਾ ਸੀ ਬਾਦਸ਼ਾਹ ਦੇ ਹਕੂਮਤ ਦੀ ਜਾਂ ਰਾਜ ਦੀ ਜਾਂ ਸੱਤਾ ਦੀ ਪਰਵਾਹ ਨਹੀਂ ਕੀਤੀ। ਅੱਜ ਵੀ ਜਿਹੜਾ ਉਸ ਨਾਨਕ ਦੀ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਤਖਤ ਦੇ ਉੱਪਰ ਬੈਠੇ ਨੇ, ਉਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੁਪੁੱਤਰ ਨੇ। ਵਿਦਵਾਨ ਦੇ ਬਚਨ ਸੀ ਕਿ ਦੇਖੋ ਅਸੀਂ ਦੁਖੀ ਜਿਹੜੇ ਨੇ, ਦੁਖੀ ਵਿਪਰ ਜੋ ਚੱਲ ਕੇ ਆਏ ਪੁਰੀ ਆਨੰਦ, ਬਾਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਆਨੰਦ। ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸੰਬੋਧਨ ਕਰਕੇ ਨਾਲ ਕਿਹਾ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਨੰਦ ਭਾਵ ਕੀ ਪੁੱਤਰ, ਸਾਡੀ ਬਾਂਹ ਫੜਨਾ ਕਰੋ। ਅਸੀਂ ਦੁਖੀ ਵਿਪਰ, ਵਿਪਰ ਤੋਂ ਭਾਵ ਪੰਡਤ, ਅਸੀਂ ਦੁਖੀ ਵਿਪਰ ਜਿਹੜੇ ਆ ਉਹ ਤੁਹਾਡੇ ਕੋਲ ਆਏ ਆ। ਸਾਡਾ ਧਰਮ, ਸਾਡਾ ਜਿਹੜਾ ਆਸਥਾ ਜਿਹੜੀ ਹੈ ਉਹ ਡੁੱਬਦੀ ਜਾ ਰਹੀ ਹੈ। ਤੇ ਉਹੀ ਇੱਕ ਕੇਵਲ ਨੇ, ਔਰ ਸਤਿਗੁਰੂ ਮਹਾਰਾਜ ਨੂੰ ਉਹਨਾਂ ਨੇ ਕਿਹਾ ਕਿ ਬਾਂਹ ਸਾਡੀ ਪਕੜੀਏ ਹਰਗੋਬਿੰਦ ਕੇ ਆਨੰਦ। ਤੇ ਸਤਿਗੁਰੂ ਮਹਾਰਾਜ ਜੀ ਦੇ ਵੀ ਬਚਨ ਸਨ ਕਿ ਬਾਂਹ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਂਹ ਨਾ ਛੋਡੀਏ। ਸੱਚੇ ਪਾਤਸ਼ਾਹ ਮਹਾਰਾਜ ਦੇ ਬਾਰੇ ਉਹਨਾਂ ਨੇ ਵਿਚਾਰ ਕੀਤੀ। ਹੁਣ ਸਲਾਹ ਵੀ ਇਹ ਕੀਤੀ ਗਈ ਕਿ ਕੌਣ ਹੈ ਜਿਹੜਾ ਸਾਡੀ ਅਗਵਾਈ ਕਰੇ ਜਾਂ ਸਾਡੀ ਗੱਲ ਗੁਰੂ ਤੱਕ ਲੈ ਕੇ ਜਾਏ। ਕਿਰਪਾ ਰਾਮ ਜਿਹੜਾ ਹੈ, ਪੰਡਤ ਕਿਰਪਾ ਰਾਮ, ਜਿਹੜਾ ਸਤਿਗੁਰੂ ਮਹਾਰਾਜ ਜੀ ਨੂੰ ਸੰਸਕ੍ਰਿਤ ਵੀ ਪੜ੍ਹਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਔਰ ਕਿਰਪਾ ਰਾਮ ਦਾ ਜਿਹੜੇ ਪੜਦਾਦਾ ਹੈ ਬ੍ਰਹਮਦੱਤ, ਇਹਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਮਾਨੀ ਸੀ। ਪੋਥੀਆਂ ਗੱਡੇ ਦੇ ਉੱਤੇ ਲੱਦੀਆਂ ਤੇ ਜਨੇ ਖਣੇ ਨਾਲ ਵਿਚਾਰ ਵਿਦਵਾਨਾਂ ਨਾਲ ਕਰਨੀ ਤੇ ਉਹਨਾਂ ਨੂੰ ਵਿਚਾਰ ਦੇ ਵਿੱਚ ਹਰਾ ਕਰਕੇ ਤੇ ਉਹਨਾਂ ਦੇ ਧਾਰਮਿਕ ਗ੍ਰੰਥ ਲੈ ਲੈਣੇ। ਵਿਚਾਰ ਦਾ ਇਹ ਨਿਯਮ ਹੋਣਾ ਕਿ ਜਿਹੜਾ ਵਿਚਾਰ ਚਰਚਾ ਦੇ ਵਿੱਚੋਂ ਜਿੱਤ ਜਾਏਗਾ, ਹਾਰਨ ਵਾਲੇ ਨੂੰ ਆਪਣੀਆਂ ਸਾਰੇ ਧਾਰਮਿਕ ਗ੍ਰੰਥ ਕਿਤਾਬਾਂ ਜਿਹੜੀਆਂ ਨੇ ਜਿੱਤਣ ਵਾਲੇ ਨੂੰ ਦੇਣੀਆਂ ਪੈਣਗੀਆਂ। ਸੱਚੇ ਪਾਤਸ਼ਾਹ ਮਹਾਰਾਜ ਨੇ ਦੇਖ ਕੇ ਕਿਹਾ, ਕਹਿੰਦਾ ਚਰਚਾ ਕਰਨੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਬ੍ਰਹਮਦੱਤ, ਅਸੀਂ ਚਰਚਾ ਨਹੀਂ ਕਰਨੀ, ਅਸੀਂ ਕੇਵਲ ਇੱਕ ਗੱਲ ਆਖਾਂਗੇ ਕਿ ਜੇਕਰ ਤੂੰ ਗੱਡੇ ਵੀ ਜਿਹੜੇ ਨੇ ਕਿਤਾਬਾਂ ਦੇ ਲੱਦ ਲਏ, ਪੜ੍ਹ ਗੱਡੀ ਲੱਦੀਏ। ਮਹਾਰਾਜ ਪਾਤਸ਼ਾਹ ਨੇ ਉਹ ਸ਼ਲੋਕ ਉੱਥੇ ਉਚਾਰਨ ਕਰਦਿਆਂ ਆਖਿਆ ਕਿ ਜੇਕਰ ਇੰਨੀਆਂ ਕੁ ਕਿਤਾਬਾਂ ਹੋਣ ਕਿ ਖੂਹ ਖਾਤੇ ਵੀ ਭਰੇ ਜਾ ਸਕਣ,
ਇੰਨੀਆਂ ਕੁ ਕਿਤਾਬਾਂ ਹੋਣ ਕਿ ਦੁਨੀਆ ਦਾ ਕੋਈ ਵੀ ਐਸੀ ਥਾਂ ਜਿਹੜੀ ਆ ਉਹਨੂੰ ਭਰ ਦਿੱਤਾ ਜਾਏ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਖ। ਜੇਕਰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਵਸਿਆ ਤੇ ਇਹ ਸਾਰਾ ਕੁਝ ਕੇਵਲ ਝੱਖ ਮਾਰਨਾ ਹੈ, ਇਸ ਤੋਂ ਇਲਾਵਾ ਕੁਛ ਨਹੀਂ। ਫਿਰ ਇਹ ਬ੍ਰਹਮ ਦੱਤ ਜਿਹੜਾ ਸੀ ਇਹ ਸਤਿਗੁਰ ਮਹਾਰਾਜ ਜੀ ਦਾ ਸਿੱਖ ਹੋਇਆ ਔਰ ਸਿੱਖੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਨਾਲ ਪਿਆਰ ਹੋਇਆ। ਇਹਦਾ ਪੜਪੋਤਾ ਹੈ ਕਿਰਪਾ ਰਾਮ ਦੱਤ, ਜਿਹਨੇ ਫਿਰ ਸਤਿਗੁਰ ਮਹਾਰਾਜ ਜੀ ਦੇ ਕੋਲ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਗਿਆ। ਇਹਨੇ ਜਾ ਕਰਕੇ ਜਦੋਂ ਆਨੰਦਪੁਰ ਸਾਹਿਬ ਜੇ ਜਾਣ ਤੋਂ ਪਹਿਲਾਂ ਇਹ ਅੰਮ੍ਰਿਤਸਰ ਆਉਂਦੇ ਨੇ, ਕਿਉਂਕਿ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਗੁਰੂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਨੇ ਉਹ ਮਾਲਵੇ ਮਾਝੇ ਦੇ ਦੌਰੇ 'ਤੇ ਨੇ ਤੇ ਉਹ ਸੋਚਦੇ ਸੀ ਸ਼ਾਇਦ ਅੰਮ੍ਰਿਤਸਰ ਦੀ ਧਰਤੀ 'ਤੇ ਹੋਣਗੇ। ਅੰਮ੍ਰਿਤਸਰ ਤੋਂ ਹੁੰਦਿਆਂ ਫਿਰ ਇਹ ਕਸ਼ਮੀਰੀ ਪੰਡਤਾਂ ਦਾ ਕਾਫਲਾ ਜਿਹੜਾ ਸੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਿਆ। ਕਿਰਪਾ ਰਾਮ ਦੱਤ ਜਿਹੜਾ ਹੈ ਇਹਨਾਂ ਦੀ ਅਗਵਾਈ ਕਰਦਾ ਹੈ। ਉਹਨੇ ਸਤਿਗੁਰ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਕੁਝ ਦੁਖੀ ਵਿਪਰ ਚੱਲ ਕੇ ਆਏ ਨੇ ਤੇ ਆਪ ਜੀ ਦੀ ਸ਼ਰਨ ਲੈਣਾ ਚਾਹੁੰਦੇ ਨੇ, ਆਪ ਜੀ ਦੇ ਨਾਲ ਕੁਝ ਮਨ ਦੀ ਜਿਹੜੀ ਹੈ ਉਹ ਗੱਲ ਕਰਨਾ ਚਾਹੁੰਦੇ ਨੇ, ਦੁਖੀ ਹੋ ਕਰਕੇ ਆਏ ਨੇ। ਸਤਿਗੁਰ ਮਹਾਰਾਜ ਜੀ ਦੇ ਜਦੋਂ ਦਰਸ਼ਨ ਕੀਤੇ, ਵਿਦਵਾਨ ਕਹਿੰਦੇ ਨੇ ਕਿ ਗਜ ਸਮ ਤੁਰਕ ਤੇਜ ਚਵਗਤਾ, ਹਿੰਦੂ ਧਰਮ ਤੁਰਕੋ ਪਿਕਸਤਾ, ਤੋਰਤ ਮੂਲ ਉਪਜਿਓ, ਜੋ ਵਤ ਬਲੀ ਕੇਹਰੀ ਤੁਮਰੇ ਹੋਵਤ। ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਦੇਖੋ ਕਿ ਜਿਹੜੇ ਹਾਥੀ ਨੂੰ ਤੰਦੂਏ ਤੋਂ ਛੁਡਾ ਦਿੱਤਾ, ਜਿਹਨੇ ਉਹਦੀ ਰੱਖਿਆ ਕੀਤੀ, ਜਿਹਨੇ ਦ੍ਰੋਪਦੀ ਨੂੰ ਬੇਪਰਦਾ ਹੋਣ ਤੋਂ ਬਚਾ ਦਿੱਤਾ, ਉਸੇ ਤਰ੍ਹਾਂ ਆਪ ਜੀ ਕਲਯੁਗ ਦੇ ਅਵਤਾਰ ਹੋ ਸੱਚੇ ਪਾਤਸ਼ਾਹ ਮਹਾਰਾਜ। ਤੁਰਕ ਜਿਹੜੇ ਨੇ ਉਹ ਬਹੁਤ ਜ਼ੁਲਮ ਕਰਦੇ ਪਏ ਨੇ, ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜਗ ਤੇ ਬਿਨਸਨ ਲਗੇ ਧਰਮ ਜਬ, ਪ੍ਰਭ ਅਵਤਾਰ ਸੁਧਾਰ ਤੁਰੰਤ ਤਬ। ਕਿ ਜਦੋਂ ਧਰਮ ਜਿਹੜਾ ਹੈ ਜਗਤ ਦੇ ਵਿੱਚੋਂ ਘਟਣ ਲੱਗ ਪਏ, ਉਸ ਵੇਲੇ ਪਰਮਾਤਮਾ ਜਿਹੜਾ ਹੈ ਉਹ ਅਵਤਾਰ ਧਾਰਨ ਕਰਕੇ ਆਉਂਦਾ ਹੈ। ਤੁਮ ਪਰਉਪਕਾਰੀ ਰੂਪ ਮੁਰਾਰੀ, ਤੁਸੀਂ ਪਰਉਪਕਾਰੀ ਜੇ, ਤੁਸੀਂ ਰੱਬ ਦਾ ਰੂਪ ਜੇ। ਤੁਮ ਪਰਉਪਕਾਰੀ ਰੂਪ ਮੁਰਾਰੀ, ਸ਼ਕਤੀ ਭਾਰੀ ਜਤੇ ਵਰੇ, ਹਿਤ ਧਰਮ ਤੁਰਾਵਨ ਤੁਮਰਾ ਆਵਨ, ਹੈਓ ਪਾਵਨ ਪਰਾ ਪਰੇ। ਕਿ ਹੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ, ਤੁਸੀਂ ਧਰਮ ਦੇ ਰੱਖਿਅਕ ਬਣ ਕਰਕੇ ਆਏ ਹੋ, ਤੁਸੀਂ ਸਾਡੇ ਵਾਸਤੇ ਸਾਡੀ ਰੱਖਿਆ ਕਿਰਪਾ ਕਰਕੇ ਕਰਨਾ ਕਰੋ। ਗੁਰੂ ਤੇਗ ਬਹਾਦਰ ਹਿੰਦਨ ਚਾਦਰ, ਰੱਖਕ ਸਾਦਰ ਸੁਣਿਓ ਸਭੇ। ਕਹਿ ਲੱਗੇ ਸਤਿਗੁਰ ਮਹਾਰਾਜ ਤੁਹਾਨੂੰ ਤਾਂ ਧਰਮ ਦਾ ਰੱਖਿਅਕ ਆਖਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਆਪ ਕਿਰਪਾ ਕਰੋ। ਗੁਰੂ ਤੇਗ ਬਹਾਦਰ ਹਿੰਦਨ ਚਾਦਰ, ਰੱਖਕ ਸਾਦਰ ਸੁਣਿਓ ਸਭੇ। ਮਹਾਰਾਜ ਤੁਹਾਡਾ ਜਸ ਸੰਸਾਰ ਦੇ ਵਿੱਚ ਇਵੇਂ ਹੋਏਗਾ, ਤੁਹਾਨੂੰ ਲੋਕ ਹਿੰਦੂ ਧਰਮ ਦੇ ਰੱਖਿਅਕ ਆਖਣਗੇ, ਚਾਦਰ ਆਖਣਗੇ। ਏਕ ਆਸਰਾ ਆਪ ਗੁਸਾਈ, ਗਹੋ ਬਾਹ ਡੂਬਤ ਸਭ ਜਾਈ। ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਕਿ ਇੱਕੋ ਇੱਕ ਆਸਰਾ ਹੈ ਸਾਨੂੰ, ਅਸੀਂ ਡੁੱਬਦੇ ਜਾ ਰਹੇ ਹਾਂ, ਸਾਡਾ ਧਰਮ ਡੁੱਬਦਾ ਜਾ ਰਿਹਾ। ਏਕ ਆਸਰਾ ਆਪ ਗੁਸਾਈ, ਤੇ ਸਾਨੂੰ ਕੇਵਲ ਇੱਕੋ ਹੀ ਆਸਰਾ ਹੁਣ ਦਿਸਦਾ ਏ, ਹੋਰ ਕੋਈ ਆਸਰਾ ਨਹੀਂ ਦਿਖਾਈ ਦਿੰਦਾ। ਗਹੋ ਬਾਹ ਡੂਬਤ ਸਭ ਜਾਈ। ਸੱਚੇ ਪਾਤਸ਼ਾਹ ਅਸੀਂ ਡੁੱਬਦੇ ਜਾ ਰਹੇ ਹਾਂ, ਸਾਡਾ ਧਰਮ ਡੁੱਬਦਾ ਪਿਆ ਏ, ਸਾਡਾ ਤਿਲਕ ਡੁੱਬਦਾ ਪਿਆ ਏ, ਸਾਡੇ ਧਰਮ ਗ੍ਰੰਥ ਡੁੱਬਦੇ ਪਏ ਨੇ, ਸਾਡਾ ਜੰਝੂ ਡੁੱਬਦਾ ਪਿਆ ਏ। ਸੱਚੇ ਪਾਤਸ਼ਾਹ ਮਹਾਰਾਜ ਗਹੋ ਬਾਹ, ਸਾਡੀ ਬਾਹ ਫੜਨਾ ਕਰੋ। ਡੂਬਤ ਸਭ ਜਾਈ, ਅਸੀਂ ਡੁੱਬਦੇ ਜਾ ਰਹੇ ਹਾਂ। ਤੇ ਵਿਦਵਾਨ ਕਹਿੰਦਾ ਹੈ ਕਿ ਫਿਰ ਦੁਖੀ ਵਿਪਰ ਜੋ ਚੱਲ ਕੇ ਆਏ ਪੁਰੀ ਆਨੰਦ, ਹੁਣ ਦੁਖੀ ਹੋ ਕਰਕੇ ਆਏ ਸੀ। ਤੇ ਜਿਸ ਵੇਲੇ ਉਹ ਸਤਿਗੁਰ ਮਹਾਰਾਜ ਜੀ ਦੇ ਸਨਮੁਖ ਆਉਂਦੇ ਆ, ਗੁਰੂ ਤੇਗ ਬਹਾਦਰ ਮਹਾਰਾਜ ਦੇਖਦੇ ਨੇ ਗੋਬਿੰਦ ਰਾਏ ਸਤਿਗੁਰ ਮਹਾਰਾਜ ਕੋਲ ਬੈਠੇ ਆ। ਮਹਾਰਾਜ ਪੁੱਛਦੇ ਸੀ ਸੱਚੇ ਪਾਤਸ਼ਾਹ ਇਹਨਾਂ ਦੇ ਨੇਤਰ ਸੇਜਲ ਕਿਉਂ ਨੇ, ਇਹ ਬੱਚੇ ਇਹ ਕਿਉਂ ਰੋਂਦੇ ਪਏ ਨੇ? ਕਿਉਂਕਿ ਪਰਿਵਾਰਾਂ ਸਮੇਤ ਉਹ ਚੱਲ ਕੇ ਆਏ, ਇਹ ਘਰ ਵਾਲੀਆਂ, ਇਹ ਔਰਤਾਂ ਇਹ ਕਿਉਂ ਰੋਂਦੀਆਂ ਪਈਆਂ ਨੇ? ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹਨਾਂ ਦਾ ਧਰਮ ਖਤਰੇ 'ਚ ਹੈ, ਇਹ ਆਪਣੀ ਜਿੰਦ ਬਚਾਉਣਾ ਚਾਹੁੰਦੇ ਨੇ, ਇਹ ਚਾਹੁੰਦੇ ਨੇ ਕਿ ਧਰਮ ਵੀ ਬਚ ਜਾਏ ਤੇ ਸਾਡਾ ਜੀਵਨ ਵੀ ਬਚ ਜਾਏ। ਉਸ ਵੇਲੇ ਵਿਦਵਾਨ ਕਹਿੰਦੇ ਨੇ ਕਿ ਦੁਖੀ ਵਿਪਰ ਜੋ ਚੱਲ ਕੇ ਆਏ ਪੁਰੀ ਆਨੰਦ, ਆਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਇਹ ਵਿਪਰ ਚੱਲ ਕੇ ਆਏ। ਅਰਦਾਸ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕੀਤੀ, ਬਾਹ ਸਾਡੀ ਪਕੜੀਏ, ਸਾਡੀ ਬਾਹ ਫੜਨਾ ਕਰੋ।
ਗੁਰੂ ਹਰਗੋਬਿੰਦ ਕੇ ਚੰਦ ਸੱਚੇ ਪਾਤਸ਼ਾਹ, ਤੁਸੀਂ ਹਰਗੋਬਿੰਦ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਵੱਡ ਯੋਧਾ ਬਹੁ ਪਰਉਪਕਾਰੀ ਕਿਹਾ, ਜਿਨ੍ਹਾਂ ਨੇ ਦੋ ਤਲਵਾਰਾਂ ਪਹਿਨੀਆਂ, ਮੀਰੀ ਪੀਰੀ ਦੀ, ਧਰਮ ਦੇ ਤੇ ਰਾਜਨੀਤੀ, ਭਗਤੀ ਤੇ ਸ਼ਕਤੀ ਨੂੰ ਇਹਨਾਂ ਨੇ ਇਕੱਠਿਆਂ ਕਰ ਦਿੱਤਾ। ਕਹਿੰਦੇ ਨੇ ਉਸ ਵੇਲੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਤਬ ਸਤਿਗੁਰ ਇਵ ਮਨ ਠਹਿਰਾਈ, ਬਿਨ ਸਿਰ ਦੀਏ ਜਗਤ ਦੁਖ ਪਾਈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਵਿਚਾਰ ਮਨ ਦੇ ਵਿੱਚ ਕੀਤੀ। ਮਹਾਰਾਜ ਪਾਤਸ਼ਾਹ ਜੀ ਨੇ ਕਹਿਣਾ ਕੀਤਾ, ਕਹਿਣ ਲੱਗੇ ਕਿ ਇਹ ਧਰਮ ਇਹਨਾਂ ਦਾ ਬਚ ਤੇ ਸਕਦਾ ਏ, ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤਾਂ ਬਚੇਗਾ ਜੇਕਰ ਉਸ ਦੇ ਵਾਸਤੇ ਸਿਰ ਦਿੱਤਾ ਜਾਏ, ਜੇ ਉਹਦੇ ਵਾਸਤੇ ਇੱਕ ਭਗਤ ਜਿਹੜਾ ਜਪ ਤਪ ਦਾ ਧਾਰਨੀ ਹੋਵੇ ਉਹ ਸਿਰ ਦੇਗਾ ਤੇ ਇਹਨਾਂ ਦਾ ਧਰਮ ਬਚ ਸਕਦਾ ਏ। ਦਾਸ ਗੋਬਿੰਦ ਥੀ ਪਾਸ ਬਹਾਇਓ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕੋਲ ਬੈਠੇ ਨੇ, ਕਮਰ ਕੱਸਾ ਸਤਿਗੁਰੂ ਕੁਰਾਇਓ। ਵਿਦਵਾਨ ਕਹਿੰਦੇ ਨੇ ਕਿ ਆਪ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਮਰ ਕੱਸਾ ਕਰਾਉਣਾ ਕੀਤਾ। ਪੈਸੇ 5 ਸ੍ਰੀ ਫਲ 1, 5 ਪੈਸੇ ਤੇ ਇੱਕ ਨਾਰੀਅਲ ਅੱਗੇ ਰੱਖ ਦਿੱਤਾ। ਤਰ ਆਗੇ ਦਿਓ ਮਸਤਕ ਟੇਕ, ਗੁਰੂ ਗੋਬਿੰਦ ਰਾਏ ਜੀ ਅੱਗੇ ਮਸਥਾ ਟੇਕ ਦਿੱਤਾ। ਬਾਲ ਗੁਰੂ ਤਬ ਕਹਿਓ ਅਲਾਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਬਾਲ ਸਰੂਪ ਨੇ ਇਹ ਗੱਲ ਆਖੀ ਸੀ, ਪਿਤਾ ਗੁਰੂ ਤੋ ਕਰੋ ਸਹਾਏ। ਹੇ ਗੁਰੂ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਹ ਦੁਖੀ ਚੱਲ ਕੇ ਆਏ ਨੇ ਤੇ ਗੁਰੂ ਘਰ ਜਿਹੜਾ ਹੈ ਉਹ ਦੁਖੀਆਂ ਦੀ ਬਾਹ ਫੜਨ ਵਾਲਾ ਏ, ਆਪ ਕਿਰਪਾ ਕਰੋ ਇਹਨਾਂ ਦੁਖੀਆਂ ਦੀ ਬਾਹ ਫੜੋ। ਕਈ ਵਿਦਵਾਨਾਂ ਨੇ ਚਲੋ ਉੱਥੇ ਭਾਵਨਾ ਦੇ ਰਸ ਨੂੰ ਲਿਖਿਆ। ਉਹ ਕਹਿਣ ਲੱਗੇ ਕਿ ਜੇਕਰ ਅਸੀਂ ਸ਼ਹਾਦਤ ਜਾਂ ਸਰੀਰ ਦਾ ਠੀਕਰਾ ਫੋੜਨ ਵਾਸਤੇ ਤੁਰ ਪਏ ਤੇ ਤੁਸੀਂ ਅਨਾਥ ਹੋ ਜਾਓਗੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਸੀ, ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਮੈਂ ਅਨਾਥ ਹੋਣਾ ਪ੍ਰਵਾਨ ਕਰ ਲਵਾਂਗਾ, ਪਰ ਸੱਚ ਕਰਕੇ ਜਾਣਿਓ ਮੈਂ ਚਾਹੁੰਦਾ ਹਾਂ ਕਿ ਹਿੰਦੁਸਤਾਨ ਦਾ ਹਰ ਬੱਚਾ ਜਿਹੜਾ ਹੈ ਉਹ ਅਨਾਥ ਨਾ ਹੋਵੇ, ਉਹਦੇ ਸਿਰ ਤੇ ਪਿਤਾ ਦਾ ਸਾਇਆ ਟਿਕਿਆ ਰਹੇ। ਸਤਿਗੁਰੂ ਮਹਾਰਾਜ ਜੀ ਨੇ ਮਾਤਾ ਗੁਜਰੀ ਜੀ ਨੂੰ ਵੀ ਉਸ ਵੇਲੇ ਕਿਹਾ ਸੀ, ਕਹਿਣ ਲੱਗੇ ਕਿ ਜੇਕਰ ਅਸੀਂ ਦਿੱਲੀ ਜਾਂਦੇ ਹਾਂ ਇਸ ਜ਼ੁਲਮ ਨੂੰ ਤਾਂ ਰੋਕ ਦੇਵਾਂਗੇ, ਪਰ ਸੱਚ ਕਰਕੇ ਜਾਣੀ ਤੂੰ ਵਿਧਵਾ ਹੋ ਜਾਏਂਗੀ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਕਿਹਾ ਸੀ, ਕਹਿਣ ਲੱਗੇ ਮੈਂ ਇਹ ਵੀ ਯਾਰ ਲਵਾਂਗਾ, ਮੈਂ ਇਹ ਵੀ ਬਰਦਾਸ਼ਤ ਕਰ ਲਵਾਂਗਾ ਕਿ ਮੇਰੀ ਮਾਂ ਵਿਧਵਾ ਹੋ ਜਾਏ, ਪਰ ਮੈਂ ਚਾਹੁੰਦਾ ਹਾਂ ਕਿ ਇਹ ਰੋਂਦੇ ਹੋਏ ਜਿਹੜੇ ਸਤਿਗੁਰੂ ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਹਨ ਇਹਨਾਂ ਦੇ ਸੁਹਾਗ ਜਿਹੜੇ ਨੇ ਇਹ ਬਚ ਜਾਵਨ। ਉੱਥੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹੇ ਸੀ, ਕਹਿੰਦੇ ਸਤਿਗੁਰੂ ਮਹਾਰਾਜ ਨੇ ਆਖਿਆ ਕਿ ਤੁਸੀਂ ਘਰਾਂ ਨੂੰ ਜਾਵੋ, ਤੁਸੀਂ ਚਿੰਤਾ ਬੇਫਿਕਰ ਹੋ ਜਾਓ। ਮਹਾਰਾਜ ਜੀ ਦੇ ਇਹ ਵੀ ਬਚਨ ਸੀ ਕਿ ਜੇਕਰ ਤੁਸੀਂ ਉਹ ਸ਼ੇਰ ਅਫਗਾਨ ਨੂੰ ਕੱਲੇ ਕੱਲੇ ਨੂੰ ਦੱਸਣ ਦੀ ਲੋੜ ਨਹੀਂ, ਸ਼ੇਰ ਅਫਗਾਨ ਨੂੰ ਜਾ ਕੇ ਕਹਿ ਦਿਓ ਕਿ ਜੇਕਰ ਸਾਡੇ ਗੁਰੂ ਸਾਡੇ ਆਗੂ ਤੇਗ ਬਹਾਦਰ ਜੀ ਨੇ ਤੇ ਜੇਕਰ ਤੁਸੀਂ ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਓ, ਉਹਨਾਂ ਨੂੰ ਮੁਸਲਮਾਨ ਬਣਾ ਦੇਵੋ ਤੇ ਅਸੀਂ ਸਾਰੇ ਹੀ ਮੁਸਲਮਾਨ ਬਣਨ ਵਾਸਤੇ ਤਿਆਰ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਬਾਹ ਸਾਡੀ ਪਕੜੀਏ, ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋਡੀਏ। ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋਡੀਏ। ਇਹ ਹੁਣ ਸੀਸ ਤੇ ਚਲੇ ਜਾਏਗਾ ਪਰ ਤੁਹਾਡੀ ਅਸੀਂ ਬਾਹ ਨਹੀਂ ਛੱਡਾਂਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਬਚਨ ਕਹੇ ਉਹ ਕਰਕੇ ਦਿਖਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਸਨ, ਠੀਕਰ ਫੋਰ ਦਲੀਸ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰਹੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸ਼ੋਕ, ਹੈ ਸਭ ਜਗ ਪਇਓ ਜੈ 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 ਸੁਰਲੋਕ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸ਼ਹਾਦਤ ਅਦੁੱਤੀ ਸ਼ਹਾਦਤ ਹੈ। ਕਿਸੇ ਦੂਸਰੇ ਦਾ ਧਰਮ ਬਚਾਉਣ ਵਾਸਤੇ, ਕਿਸੇ ਦੂਸਰੇ ਦਾ ਘਰ ਬਚਾਉਣ ਵਾਸਤੇ, ਕਿਸੇ ਦੂਸਰੇ ਦੀ ਆਸਥਾ ਤੇ ਧਰਮ ਨੂੰ ਬਚਾਉਣ ਵਾਸਤੇ 9 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਅਸੀਂ ਜਨੇਊ ਨਹੀਂ ਪਾਉਣਾ, ਕਿਉਂਕਿ ਇਹ ਕੇਵਲ ਬਾਹਰੀ ਪਖੰਡ ਨੇ, ਇਹ ਬਾਹਰੀ ਜਨੇਊ ਨੇ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ।
ਤਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ। 9 ਸਾਲ ਦੀ ਉਮਰ ਦੇ ਵਿੱਚ ਜਿਸ ਰੀਤ ਨੂੰ ਗੁਰੂ ਨਾਨਕ ਦੇਵ ਮਹਾਰਾਜ ਨਕਾਰਦੇ ਨੇ ਕਿ ਨਾ ਤੇ ਅਸੀਂ ਜਨੇਊ ਪਾਉਣਾ ਨਾ ਇਹ ਕਰਮ ਕਾਂਡ ਕਰਨੇ, ਉਸੇ ਰੀਤ ਨੂੰ ਬਚਾਉਣ ਵਾਸਤੇ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਪਿਤਾ ਜੀ ਜ਼ਬਰਦਸਤੀ ਅਸੀਂ ਲਾਉਣ ਵੀ ਨਹੀਂ ਦੇਣਾ, ਅਸੀਂ ਨਾ ਤਾਂ ਜਬਰੀ ਪਾਉਣਾ ਹੈ ਤੇ ਨਾ ਜਬਰੀ ਲਾਉਣ ਦੇਣਾ ਹੈ। ਇਹਨਾਂ ਦੇ ਤਿਲਕ ਬਚ ਜਾਣ, ਇਹਨਾਂ ਦੇ ਜਨੇਊ ਬਚ ਜੇ, ਇਹਨਾਂ ਦੀ ਧਰਮ ਦੀ ਆਸਥਾ ਬਚ ਜਾਏ। ਸੱਚੇ ਪਾਤਸ਼ਾਹ ਮਹਾਰਾਜ ਇਸ ਕਰਕੇ ਆਪ ਇਹਨਾਂ ਦੀ ਬਾਂਹ ਪਕੜੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਬਚਨ ਕਹੇ ਕਿ ਸਤਿਗੁਰ ਮਹਾਰਾਜ ਵਰਗੀ ਕਿਰਿਆ ਹੋਰ ਕਿਸੇ ਨੇ ਜਗਤ ਵਿੱਚ ਅੱਜ ਤੱਕ ਨਹੀਂ ਕੀਤੀ। ਤੇਗ ਬਹਾਦਰ ਸੀ ਕਿਰਿਆ ਕਰਹੀ ਨਾ ਕਿਨਹੂ ਆਨ। ਇਸ ਇਤਿਹਾਸ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵਾਚਾਂਗੇ, ਦਰਸ਼ਨ ਕਰਾਂਗੇ ਕਿ ਸਤਿਗੁਰ ਮਹਾਰਾਜ ਫਿਰ ਕਿਵੇਂ ਆਨੰਦਪੁਰ ਸਾਹਿਬ ਤੋਂ ਤੁਰਦੇ ਨੇ, ਕਿਹੜੇ ਉਹ ਗੁਰਸਿੱਖ ਸਨ ਜਿਨ੍ਹਾਂ ਨੂੰ ਸਤਿਗੁਰ ਮਹਾਰਾਜ ਜੀ ਨੇ ਨਾਲ ਲਿਆ ਹੈ, ਕਿਵੇਂ ਸਤਿਗੁਰ ਮਹਾਰਾਜ ਜੀ ਦੀ ਦਿੱਲੀ ਦੇ ਵਿੱਚ ਜਾ ਕਰਕੇ ਉਹਨਾਂ ਨੂੰ ਤਸੀਹੇ ਵੀ ਦਿੱਤੇ ਗਏ, ਬੰਦੀ ਵੀ ਬਣਾਇਆ ਗਿਆ, ਸਾਹਮਣੇ ਗੁਰਸਿੱਖਾਂ ਦੀ ਵੀ ਸ਼ਹਾਦਤ ਹੋਈ, ਤੇ ਕਿਵੇਂ ਸਤਿਗੁਰ ਮਹਾਰਾਜ ਜੀ ਦਾ ਸੀਸ ਜਿਹੜਾ ਹੈ ਉਹ ਦਿੱਲੀ ਤੋਂ ਚੱਲ ਕਰਕੇ ਆਨੰਦਪੁਰ ਸਾਹਿਬ ਪਹੁੰਚਿਆ। ਇਹ ਆਪਾਂ ਵਿਚਾਰਾਂ ਅਗਲੇ ਦੀਵਾਨਾਂ 'ਚ ਅਖੀਰ ਤੇ ਆਓ ਅਰਦਾਸ ਕਰੀਏ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ